जिस खित्ते में हम कहते थे आना ये वही है, कल लुट के जिस जगह से है जाना ये वही है, जिस जहाँ पे बच्चों को कटाना ये वही है, मिट्टी कह देती है हाँ ये ठिकाना वही है। जिन्हों ਨੂੰ ਸਿੱਖੀ ਦਾ ਮੁੱਲ ਨਹੀਂ ਪਤਾ, ਬਾਬਾ ਅਜੀਤ ਸਿੰਘ ਸਾਹਿਬ ਜੀ ਕੋਲ ਸਾਰੀ ਜ਼ਿੰਦਗੀ ਪਈ ਸੀ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮ ਮੰਨਣ ਵਾਸਤੇ ਸ਼ਹਾਦਤਾਂ ਦਿੱਤੀਆਂ, ਭਾਵ ਆਪਣੇ ਪਿਤਾ ਦੇ ਹੁਕਮ ਨੂੰ ਮੰਨ ਕਰਕੇ ਸ਼ਹਾਦਤਾਂ ਦਿੱਤੀਆਂ। ਤੇਗ ਦੀ ਧਾਰ ਨਹੀਂ ਚਲਾਉਣੀ ਆਉਂਦੀ, ਪਰ ਦਾਦਾ ਪਿਤਾ ਜੀ ਦੇ ਜੀਵਨ ਬਲਿਦਾਨ ਤੋਂ ਬਾਖੂਬੀ ਸਿੱਖਿਆ ਹੈ। ਤੇਗ ਦੀ ਧਾਰ ਨਹੀਂ ਚਲਾਉਣੀ ਆਉਂਦੀ, ਪਰ ਤੇਗ ਦੇ ਅੱਗੇ ਸੀਸ ਰੱਖ ਕੇ ਸ਼ਹਾਦਤਾਂ ਜ਼ਰੂਰ ਪਾਉਣੀਆਂ। 10 ਲੱਖ ਤੋਂ ਵੱਧ ਦੀ ਗਿਣਤੀ ਸੀ। ਇਸ ਗੱਲ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਫਰਨਾਮੇ ਦੇ ਵਿੱਚ ਵੀ ਕੀਤਾ ਹੈ ਕਿ ਤੇਰੀ 10 ਲੱਖ ਦੀ ਫੌਜ ਨੇ ਆ ਕਰਕੇ ਮੇਰੇ ਭੁੱਖੇ ਭਾਣੇ ਸਿੰਘਾਂ ਦੇ ਉੱਤੇ ਆ ਕਰਕੇ ਹਮਲਾ ਕਰ ਦਿੱਤਾ। ਪਰ ਇਸ ਗੱਲ ਦਾ ਜ਼ਿਕਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਫਰਨਾਮੇ ਦੇ ਵਿੱਚ ਵੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ 24 ਤੇ ਮੈਂ ਗਗਨਦੀਪ ਸਿੰਘ ਅਨੰਦਪੁਰੀ। ਤੋਂ ਇਸ ਵਕਤ ਅਸੀਂ ਆਏ ਆ ਚਮਕੌਰ ਸਾਹਿਬ ਦੀ ਧਰਤੀ ਤੇ, ਜਿੱਥੇ ਕਿ ਜਿਹੜਾ ਗੁਰਦੁਆਰਾ ਕਤਲਗੜ੍ਹ ਸਾਹਿਬ, ਦਮਦਮਾ ਸਾਹਿਬ, ਤਾੜੀ ਸਾਹਿਬ, ਗੜੀ ਸਾਹਿਬ ਦੇ ਜਿਹੜੇ ਅਸੀਂ ਦਰਸ਼ਨ ਜਿਹੜੇ ਆ ਉਹ ਕੀਤੇ ਨੇ, ਤੇ ਉਹਨਾਂ ਦੇ ਇਤਿਹਾਸ ਦੀ ਵੀ ਜਿਹੜੀ ਆ ਜਾਣਕਾਰੀ ਲਵਾਂਗੇ। ਇੱਥੋਂ ਦੇ ਜਿਹੜੇ ਸਿੰਘ ਸਾਹਿਬ ਨੇ, ਜਿਹੜੇ ਭਾਈ ਜਸਵੀਰ ਸਿੰਘ ਜੀ, ਤੇ ਜਿਹੜੀ ਹੋਰ ਇਤਿਹਾਸ ਦੇ ਵਿੱਚ ਜਿਹੜੀ ਉਹਨਾਂ ਨੇ ਸਾਂਝ ਪਾਉਣੀ ਆ, ਅਸੀਂ ਉਹਦੀਆਂ ਜਿਹੜੀਆਂ ਇਤਿਹਾਸ ਦੀਆਂ ਬਰੀਕੀਆਂ ਨੇ ਉਹ ਵੀ ਅਸੀਂ ਜਿਹੜੀ ਆ ਗੱਲਬਾਤ ਕਰਾਂਗੇ। ਆਓ ਅਸੀਂ ਪਹਿਲਾਂ ਗੱਲਬਾਤ ਕਰਦੇ ਹਾਂ ਸਿੰਘ ਸਾਹਿਬ ਨਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਾਬਾ ਜੀ, ਅਸੀਂ ਚਮਕੌਰ ਸਾਹਿਬ ਦੀ ਧਰਤੀ ਤੇ ਖੜੇ ਹੋਏ ਹਾਂ, ਜਿੱਥੇ ਕਿ ਸੰਗਤਾਂ ਦੀ ਆਮਦ ਜਿਹੜੀ ਆ ਸ਼ੁਰੂ ਹੋਈ ਸੀਗੀ। 3 ਰੋਜ਼ਾ ਦੀਵਾਨ ਵੀ ਚੱਲੇ ਨੇ ਸ਼ਹੀਦੀ ਸਿੰਘ ਸਭਾ ਦੇ ਦੌਰਾਨ, ਤੇ ਇੱਥੇ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ, ਕਤਲਗੜ੍ਹ ਸਾਹਿਬ ਨੇ, ਗੜੀ ਸਾਹਿਬ ਹੈ, ਜਾਂ ਹੋਰ ਵੀ ਜਿਹੜੇ ਆਸ-ਪਾਸ ਦੇ ਗੁਰਦੁਆਰੇ ਨੇ, ਤੇ ਉਸ ਦੇ ਇਤਿਹਾਸ ਬਾਰੇ ਜਿਹੜੇ ਸਾਡੇ ਦਰਸ਼ਕਾਂ ਦੇ ਨਾਲ ਜਿਹੜੀ ਆ ਥੋੜ੍ਹੀ ਜਿਹੀ ਸਾਂਝ ਪਾਓ, ਤਾਂ ਕਿ ਜਿਹੜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤ ਬੈਠੀ ਆ ਤੇ ਉਹ ਵੀ ਜਿਹੜੀ ਆ ਇੱਥੇ ਦੇ ਗੁਰਦੁਆਰਾ ਸਾਹਿਬ ਦੇ ਜਾਣੂ ਹੋ ਸਕੇ ਤੇ ਇਤਿਹਾਸ ਬਾਰੇ ਜਾਣ। ਹਾਂਜੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਦੇ ਵਿਛੋੜੇ ਤੋਂ ਬਾਅਦ ਜਿਸ ਵਕਤ ਸਤਿਗੁਰੂ ਜੀ ਦਾ ਪਰਿਵਾਰ ਕਈ ਹਿੱਸਿਆਂ ਵਿੱਚ ਵੰਡਿਆ ਜਾਂਦਾ, ਇੱਕ ਹਿੱਸਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਨਾਲ 40 ਸਿੰਘਾਂ ਸਮੇਤ 5 ਪਿਆਰੇ ਵੱਡੇ ਫਰਜ਼ੰਦ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਇਸ ਜ਼ਰਖੇਜ਼ ਜ਼ਮੀਨ ਤੇ ਪਹੁੰਚਦੇ ਆ। ਇਸ ਚਮਕੌਰ ਦੀ ਧਰਤੀ ਤੇ ਪਹੁੰਚ ਕੇ ਜਿਸ ਸਥਾਨ ਤੇ ਪਹਿਲਾਂ ਰੁਕਦੇ ਆ, ਉਹ ਇੱਕ ਬਗੀਚਾ, ਇੱਕ ਬਾਗ ਦੇ ਨਿਆਮਤ ਹੈ। ਸਤਿਗੁਰੂ ਜੀ ਉਸ ਸਥਾਨ ਤੇ ਰੁਕ ਕਰਕੇ ਕੁਝ ਸਮਾਂ ਵਿਸ਼ਰਾਮ ਕਰਦੇ ਹੈ। ਉੱਥੇ ਅੱਜ ਗੁਰਦੁਆਰਾ ਸ਼੍ਰੀ ਦਾਮਨਾ ਸਾਹਿਬ ਜੋ ਸੁਭਾਈਮਾਨ ਹੈ, ਕਿਉਂਕਿ ਉਸ ਵਕਤ ਸਤਿਗੁਰੂ ਜੀ ਦੇ ਆਸ-ਪਾਸ ਦਾ ਸਮਾਂ ਬੜਾ ਨਾਜ਼ੁਕ ਸੀ। ਦੁਸ਼ਮਣ ਦੀਆਂ ਫੌਜਾਂ ਬਹੁਤ ਪਿੱਛਾ ਕਰ ਰਹੀਆਂ ਸੀ। ਸਤਿਗੁਰੂ ਜੀ ਸੁਰੱਖਿਅਤ ਸਿੰਘਾਂ ਨੂੰ ਰੱਖਣ ਵਾਸਤੇ ਇੱਕ ਇਸ ਸਥਾਨ ਦੇ ਵਿੱਚ, ਇਸ ਇਲਾਕੇ ਦੇ ਵਿੱਚ ਉੱਚੀ ਜਿਹੜੀ ਹੈ ਉਹ ਇੱਕ ਜਗ੍ਹਾ ਦੇਖਦੇ ਆ, ਤਾਂ ਉਹ ਇਹ ਜਿਹੜਾ ਆਪ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ, ਇੱਕ ਗੜੀ ਜਿਹੜੀ ਹੈ ਉਹ ਇਸ ਏਰੀਆ ਦੇ ਵਿੱਚ ਉੱਚੀ ਗੜੀ ਜਿਹੜੀ ਹੈ ਉਹ ਤੱਕਦੇ ਆ। ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਗੜੀ ਨੂੰ 50 ਮੋਹਰਾਂ ਦੇ ਕਰਕੇ ਖਰੀਦਦੇ ਆ। ਇਸ ਗੜੀ ਨੂੰ ਖਰੀਦ ਕਰਕੇ ਲਾਮ ਲਸ਼ਕਰ ਸਾਹਿਬ ਸਤਿਗੁਰੂ ਜੀ ਇਸ ਥਾਂ ਤੇ ਆਉਂਦੇ ਆ। ਅੱਲਾ ਯਾਰਖਾ ਜੋਗੀ ਨੇ ਕਿਹਾ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਗੜੀ ਵੱਲ ਤੱਕਦੇ ਆ, ਅੱਲਾ ਯਾਰਖਾ ਜੋਗੀ ਲਿਖਦਾ ਕਿ ਜਿਸ खित्ते में हम कहते थे आना ये वही है, कल लुट के जिस जगह से है जाना ये वही है, जिस जहाँ पे बच्चों को कटाना ये वही है, मिट्टी कह देती है हाँ ये ठिकाना वही है। ਅੱਲਾ ਯਾਰਖਾ ਜੋਗੀ ਲਿਖਦਾ ਕਿ ਸਤਿਗੁਰੂ ਜੀ ਇਸ ਗੜੀ ਨੂੰ ਤੱਕ ਕੇ ਕਹਿੰਦੇ ਆ ਕਿ ਉਹ ਥਾਂ ਆ ਜਿੱਥੇ ਬੱਚੇ ਸ਼ਹੀਦ ਹੋਣਗੇ, ਪਰਿਵਾਰ ਜਿਹੜਾ ਉਹ ਖੇਰੂ ਹੋਣ ਤੋਂ ਬਾਅਦ ਹੁਣ ਜਿਹੜੇ ਮੇਰੇ ਕੋਲ ਲਾਲ ਬੱਚੇ ਨੇ ਇਹ ਵੀ ਇੱਥੇ ਲੁੱਟੇ ਜਾਣਗੇ। ਸੋ ਸਤਿਗੁਰੂ ਜੀ ਇਸ ਗੜੀ ਦੇ ਵਿੱਚ ਆਉਂਦੇ ਆ, ਸਿੰਘਾਂ ਸਮੇਤ ਇੱਕ ਰਾਤ ਕੱਟਦੇ ਆ। ਥੱਕੇ ਹਾਰੇ ਸਿੰਘ ਆਨੰਦਗੜ੍ਹ ਦਾ ਕਿਲ੍ਹਾ ਛੱਡਣ ਤੋਂ ਬਾਅਦ ਜਦੋਂ ਮਹਾਰਾਜ ਇੱਥੇ ਆਉਂਦੇ ਆ, ਤਾਂ ਕੁਝ ਸਿੰਘ ਜਿਹੜੇ ਆ ਉਹ ਇੱਥੇ ਵਿਸ਼ਰਾਮ ਕਰਦੇ ਆ, ਕੁਝ ਇਸ ਕੱਚੀ ਗੜੀ ਦਾ ਜਿਹੜਾ ਉਹ ਪਹਿਰਾ ਕਰਦੇ ਹਨ। ਅੱਲਾ ਯਾਰਖਾ ਜੋਗੀ ਕਹਿੰਦਾ ਹੈ कि कुछ लेट गए खाक पे जी पोश बिछाकर, पहरा देने लगे कई तलवार उठाकर। कुछ सिंह लेट जाते हैं जी, कुछ सिंह जिहड़े आ पहरा देन लग जाते हैं। इस घड़ी का समा बीतदा है, रात बीतदी है। सतगुर सच्चे पातशाह जी अपने ਸਿੰਘਾਂ ਦੇ सुते हुए शरीरां दे कोल, सतगुर जी सुते हुए ਸਿੰਘਾਂ ਦੇ कोल जा करके उन्हां नाल प्यार करते हैं, उन्हां नाल दुलार करते हैं। सतगुर जी उन्हां दे मत्थे चुमते हैं, उन्हां दे दस्तारे जिन्हां दे खुल जाते हैं, ढिले है,
ਜਿਨ੍ਹਾਂ ਦੇ ਕੇਸ ਖੁੱਲ ਜਾਂਦੇ, ਮਹਾਰਾਜ ਉਹਨਾਂ ਦੇ ਦਸਤਾਰੇ ਔਰ ਕੇਸ ਜਿਹੜੇ ਹੈ ਉਹ ਸਜਾਉਂਦੇ ਆ, ਉਹ ਦੁਬਾਰਾ ਉਹਨਾਂ ਦੇ ਸਵਾਰਦੇ ਆ। ਰਾਤ ਬੀਤਣ ਤੋਂ ਬਾਅਦ ਦਿਨ ਚੜੇ 10 ਲੱਖ ਫੌਜਾਂ ਇਸ ਗੜੀ ਨੂੰ ਆ ਕਰਕੇ ਘੇਰਦੀਆਂ ਹਨ। 10 ਲੱਖ ਸ਼ਾਹੀ ਫੌਜਾਂ ਦਾ ਜ਼ਿਕਰ ਅਸੀਂ ਹਰ ਇੱਕ ਇਤਿਹਾਸ ਦੇ ਵਿੱਚ ਸੁਣਿਆ ਜਾਂ ਪੜਿਆ ਹੈ। ਸ਼ਾਹੀ ਫੌਜਾਂ ਜਿਹੜੀਆਂ ਨੇ, ਮੈਂ ਇੱਥੇ ਹਰ ਇੱਕ ਸਿੰਘ ਨੂੰ ਬੇਨਤੀ ਕਰ ਰਿਹਾ ਕਿ ਸ਼ਾਹੀ ਫੌਜਾਂ ਉਹ ਫੌਜਾਂ ਨੇ ਜਿਹੜੀਆਂ ਸੈਂਟਰ ਗਵਰਨਮੈਂਟ ਦੇ ਵੱਲੋਂ ਦਿੱਤੀਆਂ ਹੋਈਆਂ ਸਪੈਸ਼ਲ ਟਾਸਕ ਫੋਰਸਿਸ ਨੇ। ਜਿਵੇਂ ਅੱਜ ਅਸੀਂ ਇਹ ਕਹਿੰਦੇ ਆ ਕਿ CRP ਫੋਰਸਿਸ ਜਿਹੜੀਆਂ ਨੇ ਉਹ ਸੈਂਟਰ ਗਵਰਨਮੈਂਟ ਦੇ ਕਹੇ ਤੇ ਮਿਸ਼ਨ ਜਿਹੜੀਆਂ ਨੇ ਉਹ ਅਡਾਪਟ ਕਰਦੀਆਂ ਨੇ, ਉੱਥੇ ਜਾ ਕਰਕੇ ਕਾਰਜ ਕਰਦੀਆਂ ਹਨ। ਸੋ ਉਹ ਜਿਹੜੀਆਂ 10 ਲੱਖ ਫੌਜਾਂ ਸੀ ਉਹ ਔਰੰਗਜ਼ੇਬ ਵੱਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਫੜਨ ਵਾਸਤੇ ਭੇਜੀਆਂ ਗਈਆਂ ਸਨ। ਵੀ ਮਤਲਬ ਉਹ ਆਮ ਜਿਹੜੀ ਫੌਜ ਨਹੀਂ ਸੀ, ਆਮ ਲੋਕਲ ਬੰਦੇ ਨਹੀਂ ਸੀ ਜੀ। ਇੱਥੋਂ ਦੀਆਂ ਰਿਆਸਤਾਂ ਦੀਆਂ ਫੌਜਾਂ ਵੀ ਨਾਲ ਸੀ, ਪਰ ਵੱਡੀ ਗਿਣਤੀ 10 ਲੱਖ ਦੀ ਜਿਹੜੀ ਸੀ ਉਹ ਸੈਂਟਰ ਗਵਰਨਮੈਂਟ ਵੱਲੋਂ ਭੇਜੀ ਗਈ ਜਿਹੜੀ ਫੌਜ ਸੀ ਸ਼ਾਹੀ ਫੌਜਾਂ ਦੀ ਸੀਗੀ। 10 ਲੱਖ ਤੋਂ ਵੱਧ ਦੀ ਗਿਣਤੀ ਸੀ। ਇਸ ਗੱਲ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਫਰਨਾਮੇ ਦੇ ਵਿੱਚ ਵੀ ਕੀਤਾ ਹੈ ਕਿ ਤੇਰੀ 10 ਲੱਖ ਦੀ ਫੌਜ ਨੇ ਆ ਕਰਕੇ ਮੇਰੇ ਭੁੱਖੇ ਭਾਣੇ ਸਿੰਘਾਂ ਦੇ ਉੱਤੇ ਆ ਕਰਕੇ ਹਮਲਾ ਕਰ ਦਿੱਤਾ। ਪਰ ਇਸ ਗੱਲ ਦਾ ਜ਼ਿਕਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਫਰਨਾਮੇ ਦੇ ਵਿੱਚ ਵੀ ਕਰਦੇ ਆ। ਜੰਗ ਮਚਦਾ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਫੌਜਾਂ ਦਾ ਚੜਾਵੇ ਕਰਕੇ ਸਿੰਘਾਂ ਨੂੰ ਇਕੱਤਰ ਕਰਦੇ ਆ। ਸਤਿਗੁਰ ਜੀ ਉਹਨਾਂ ਨੂੰ ਬਾਣੀ ਦਾ ਦਿਲਾਸਾ ਦਿੰਦੇ ਆ, ਬਾਣੀ ਪੜ੍ਹਦੇ ਆ। ਸੂਰਾ ਸੂ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਦ। ਇਦਾਂ ਦੇ ਸਤਿਗੁਰ ਜੀ ਬਾਣੀ ਦੇ ਦੋਹਰਿਆਂ ਦੇ ਨਾਲ ਬਾਣੀ ਦਾ ਬਲ ਦੇ ਕੇ ਸਿੰਘਾਂ ਦੀ ਆਤਮਤਾ ਨੂੰ ਹੋਰ ਅਡੋਲ ਕਰਦੇ ਆ, ਹੋਰ ਚੜ੍ਹਦੀ ਕਲਾ ਦੇ ਵਿੱਚ ਕਰਦੇ ਆ। ਵਿਉਂਤਬੰਦੀ ਕੀਤੀ ਜਾਂਦੀ ਹੈ ਜੀ। 5-5 ਦਾ ਜਥਾ ਇਸ ਗੜੀ ਦੇ ਵਿੱਚੋਂ ਨਿਕਲਦਾ ਹੈ। 5-5 ਦਾ ਜਥਾ ਇਸ 10 ਲੱਖ ਦੇ ਘੇਰੇ ਨੂੰ ਤੋੜ ਕਰਕੇ ਸ਼ਹਾਦਤਾਂ ਪ੍ਰਾਪਤ ਕਰਦਾ ਹੈ। ਇੱਕ ਜਥੇ ਵਿੱਚ ਬਾਬਾ ਅਜੀਤ ਸਿੰਘ ਸਾਹਿਬ ਜੀ ਉਹ ਆਪਣੀ ਤਿਆਰੀ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਆ ਕਰਕੇ ਆਗਿਆ ਮੰਗਦੇ ਹਨ। ਸਿੱਖ ਕਹਿੰਦੇ ਨੇ ਕਿ ਮਹਾਰਾਜ ਜੀ ਇਹਨਾਂ ਨੂੰ ਤੁਹਾਡੀ ਅੰਸ਼ ਬੰਸ਼ ਨੇ, ਇਹਨਾਂ ਨੂੰ ਸਤਿਗੁਰੂ ਜੀ ਆਪਣੇ ਪਰਿਵਾਰ ਨੂੰ ਤੁਸੀਂ ਇਸ ਗੜੀ ਦੇ ਵਿੱਚੋਂ ਸੁਰੱਖਿਅਤ ਬਾਹਰ ਕੱਢ ਦਿਓ, ਇਹ ਤੁਹਾਡਾ ਬੂਟਾ ਜਿਹੜਾ ਅੱਗੇ ਜਾ ਕਰਕੇ ਵਧਾਉਣਗੇ। ਬਾਬਾ ਅਜੀਤ ਸਿੰਘ ਸਾਹਿਬ ਜੀ ਹੱਥ ਜੋੜ ਕਰਕੇ ਸਾਹਿਬਜ਼ਾਦਾ ਜੀ ਕਹਿੰਦੇ ਆ ਕਿ ਜਿਵੇਂ ਤੁਹਾਡੇ ਮਨ ਵਿੱਚ ਇਸ ਜੰਗ ਦੇ ਵਿੱਚ ਲੂਝਣ ਦਾ ਚਾਹ ਹੈ, ਜੂਝਣ ਦਾ ਚਾਹ ਹੈ, ਉਦਾਂ ਹੀ ਚਾਹ ਮੇਰੇ ਮਨ ਵਿੱਚ ਹੈ। ਸਤਿਗੁਰੂ ਜੀ ਅੱਗੇ ਬੇਨਤੀ ਕਰਕੇ ਸਤਿਗੁਰੂ ਜੀ ਸ਼ਾਬਾਸ਼ ਕਹਿ ਕਰਕੇ ਉਹਨਾਂ ਦੀ ਤਿਆਰੀ ਕਰਵਾਉਂਦੇ ਨੇ। ਮਹਾਰਾਜ ਆਪਣੇ ਨਿਜ ਦੇ ਸ਼ਸਤਰ ਕੁਝ ਬਖਸ਼ਦੇ ਆ, ਘੋੜਾ ਦੇ ਕਰਕੇ ਸਤਿਗੁਰੂ ਜੀ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਤਿਆਰ ਕਰਕੇ ਚਮਕੌਰ ਦੀ ਗੜੀ ਵਿੱਚ ਇਸ ਗੜੀ ਦਾ ਦਰਵਾਜ਼ਾ ਖੋਲ ਕਰਕੇ ਤੋਰਦੇ ਆ। ਸ਼ਹਾਦਤਾਂ ਹੁੰਦੀਆਂ ਨੇ। ਇੱਕ ਜਥਾ ਇਦਾਂ ਦਾ ਆਉਂਦਾ ਹੈ ਜਿਹਦੇ ਵਿੱਚ ਫਿਰ ਬਾਬਾ ਜੁਝਾਰ ਸਿੰਘ ਜੀ ਅੱਗੇ ਆ ਕਰਕੇ ਆਗਿਆ ਮੰਗਦੇ ਹਨ। ਸੋ ਇੱਕ ਰਾਈਟਰ ਨੇ ਬੜਾ ਸੋਹਣਾ ਉਹਨਾਂ ਦੀ ਵਾਰਤਾਲਾਪ ਲਿਖੀ ਹੈ ਕਿ ਜਿਸ ਵਕਤ ਬਾਬਾ ਜੁਝਾਰ ਸਿੰਘ ਜੀ ਨੇ ਆ ਕੇ ਗੁਰੂ ਸਾਹਿਬ ਜੀ ਤੋਂ ਜੰਗ ਵਿੱਚ ਜਾਣ ਦੀ ਆਗਿਆ ਮੰਗੀ ਤਾਂ ਮਹਾਰਾਜ ਨੇ ਕਿਹਾ ਕਿ ਤੁਹਾਡੀ ਉਮਰ ਬੜੀ ਨਾਜ਼ੁਕ ਹੈ, ਛੋਟੀ ਉਮਰ ਹੈ ਤੁਹਾਡੀ, ਤੁਹਾਨੂੰ ਤੇਗ ਦੀ ਧਾਰ ਨਹੀਂ ਚਲਾਉਣੀ ਆਉਂਦੀ। ਤਾਂ ਬਾਬਾ ਜੁਝਾਰ ਸਿੰਘ ਜੀ ਉਹਨਾਂ ਦੀ ਗੱਲ ਤੇ ਜਵਾਬ ਦਿੰਦੇ ਆ ਕਿ ਬੇਸ਼ੱਕ ਉਮਰ ਛੋਟੀ ਹੈ, ਤੇਗ ਦੀ ਧਾਰ ਨਹੀਂ ਚਲਾਉਣੀ ਆਉਂਦੀ, ਪਰ ਦਾਦਾ ਪਿਤਾ ਜੀ ਦੇ ਜੀਵਨ ਬਲਿਦਾਨ ਤੋਂ ਬਾਖੂਬੀ ਸਿੱਖਿਆ ਹੈ ਤੇਗ ਦੀ ਧਾਰ ਨਹੀਂ ਚਲਾਉਣੀ ਆਉਂਦੀ, ਪਰ ਤੇਗ ਦੇ ਅੱਗੇ ਸੀਸ ਰੱਖ ਕੇ ਸ਼ਹਾਦਤਾਂ ਜ਼ਰੂਰ ਪਾਉਣੀਆਂ ਆਉਂਦੀਆਂ। ਸੋ ਬਾਬਾ ਜੁਝਾਰ ਸਿੰਘ ਜੀ ਆਪਣਾ ਜਥਾ ਲੈ ਕਰਕੇ ਰਵਾਨਾ ਹੁੰਦੇ ਨੇ। ਸ਼ਹਾਦਤਾਂ ਹੁੰਦੀਆਂ ਹਨ। 2 ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਔਰ ਬਾਬਾ ਜੁਝਾਰ ਸਿੰਘ ਸਾਹਿਬ ਜੀ, ਉਹ ਸ਼ਹਾਦਤਾਂ ਦੇ ਜਾਮ ਪੀਂਦੇ ਹਨ। 5 ਪਿਆਰਿਆਂ ਦੇ ਵਿੱਚੋਂ 3 ਪਿਆਰੇ ਸਾਹਿਬਾਨ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਔਰ ਭਾਈ ਸਾਹਿਬ ਸਿੰਘ ਜੀ, ਉਹ ਵੀ ਇਸ ਚਮਕੌਰ ਦੀ ਜੰਗ ਵਿੱਚ ਸ਼ਹਾਦਤਾਂ ਪਾਉਂਦੇ ਹਨ। ਹੋਰ ਸਤਿਗੁਰੂ ਜੀ ਦੇ ਬੜੇ ਅਨੰਨ ਪਿਆਰੇ ਸੇਖ ਭਾਈ ਮਦਨ ਸਿੰਘ ਜੀ, ਭਾਈ ਕੋਠਾ ਸਿੰਘ ਜੀ, ਭਾਈ ਸੰਗਤ ਸਿੰਘ ਜੀ, ਬੇਅੰਤ ਸਿੰਘਾਂ ਦੀਆਂ ਸ਼ਹਾਦਤਾਂ ਹੁੰਦੀਆਂ ਹਨ। ਤਕਰੀਬ 40 ਦੀ ਗਿਣਤੀ ਇਸ ਅਸਥਾਨ ਤੇ ਸਿੰਘਾਂ ਦੀ ਜਿਹੜੀ ਉਹ ਸ਼ਹਾਦਤਾਂ ਦੀ ਹੈ। ਹਾਂਜੀ ਬਾਬਾ ਜੀ, ਇੱਕ ਸਵਾਲ ਹੈ, ਇਹ ਜਦੋਂ ਵੀ ਇਤਿਹਾਸ ਨੂੰ ਫਰੋਲਿਆ ਜਾਂਦਾ ਹੈ ਚਮਕੌਰ ਦੀ ਗੜੀ ਨੂੰ, ਤਾਂ ਇਹੀ ਕਿਹਾ ਜਾਂਦਾ ਹੈ ਕਿ 10 ਲੱਖ ਫੌਜਾਂ ਦੇ ਨਾਲ ਮੁਕਾਬਲਾ ਹੋਇਆ 40 ਸਿੰਘਾਂ ਦਾ। ਹੋਰ ਇਸ ਦੇ ਨਾਲ ਜਿਹੜੇ ਆ ਸਿੰਘ ਸ਼ਹੀਦਾਂ ਦੀ ਕੋਈ ਗਿਣਤੀ ਸੀ ਜਾਂ ਇੱਥੇ ਗੁਰੂ ਸਾਹਿਬ ਦੇ ਨਾਲ ਇੱਥੇ ਚਮਕੌਰ ਦੀ ਗੜੀ 'ਚ ਆਮਦ ਹੋਈ ਸੀ? ਨਹੀਂ, ਜਿਹੜੀ ਉਸ ਵਕਤ ਦੀ ਜਿਹੜੀ ਗਿਣਤੀ ਹੈ ਉਹ ਤਕਰੀਬਨ ਅਸੀਂ ਜਿੰਨੇ ਵੀ ਸਰੋਤਾਂ ਦੇ ਵਿੱਚ ਵੇਖਦੇ ਹਾਂ ਉਹ 40 ਦੇ ਲਗਭਗ ਦੱਸਦੇ ਆ। ਕੁਝ ਸਾਹਿਬਜ਼ਾਦਿਆਂ ਦੀ ਗਿਣਤੀ ਵਿੱਚ ਗਿਣਦੇ ਆ, ਕੁਝ ਸਾਹਿਬਜ਼ਾਦਿਆਂ ਦੀ ਗਿਣਤੀ ਬਾਹਰ ਕੱਢਦੇ ਆ। ਮੈਂ ਕਹਿੰਦਾ ਗਿਣਤੀ ਦੇ ਵਿੱਚ ਪੈਣ ਦੀ ਜ਼ਰੂਰਤ ਹੀ ਨਹੀਂ। ਇੱਕ ਪਾਸੇ ਕਈ ਮਹੀਨਿਆਂ ਦੀ ਭੁੱਖ ਦਾ ਸਰੀਰ ਹੋਵੇ, ਪਿਆਸ ਦਾ ਸਰੀਰ ਹੋਵੇ ਤੇ ਸਾਹਮਣੇ 10 ਲੱਖ ਦੀ ਫੌਜ ਹੋਵੇ, ਉਹਨਾਂ ਦੇ ਅੱਗੇ ਖੜ ਜਾਣਾ ਹੀ ਆਪਣੇ ਆਪ ਦੇ ਇੱਕ ਬੜੀ ਵੱਡੀ ਗੱਲ ਆ। ਇੱਥੇ ਇਹ ਨਹੀਂ ਮਾਇਨੇ ਰੱਖਦਾ ਕਿ ਗਿਣਤੀ ਕਿੰਨੀ ਸੀ, ਇੱਥੇ ਮਾਇਨੇ ਰੱਖਦਾ ਸੀਗਾ ਕਿ ਭੁੱਖੇ ਪਿਆਸੇ ਹੋਣ ਦੇ ਬਾਵਜੂਦ ਵੀ ਵੱਡੀ ਫੌਜ ਦੇ ਅੱਗੇ, ਉਹ ਵੀ ਸ਼ਾਹੀ ਫੌਜ ਦੇ ਅੱਗੇ ਜਾ ਕਰਕੇ ਹੁਕਮ ਮੰਨ ਕੇ ਡਟ ਜਾਣਾ। ਇਹ ਉਹਨਾਂ ਸ਼ਹੀਦਾਂ ਦੀ ਜੀਵਨ ਦੇ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਗੁਰੂ ਦਾ ਹੁਕਮ ਮੰਨ ਕਰਕੇ ਡਟ ਜਾਣਾ। ਸੋ ਸ਼ਹਾਦਤਾਂ ਤੋਂ ਬਾਅਦ ਸਤਿਗੁਰੂ ਜੀ ਆਪਣਾ ਜਿਹੜਾ ਨਾਮ ਜਿਹੜਾ ਅਗਲੇ ਜਥੇ ਦੇ ਨਾਲ ਜੋੜਦੇ ਆ। ਉਸ ਵਕਤ ਜਿਹੜੇ ਸਿੰਘ ਸਨ ਉਹ ਚਿੰਤਤ ਹੁੰਦੇ ਹਨ।
ਚਿੰਤਾ ਵਿੱਚ ਹੋ ਕਰਕੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਇਸ ਜੰਗ ਵਿੱਚ ਨਹੀਂ ਜਾਣ ਦਿੱਤਾ ਜਾਏਗਾ। ਸਤਿਗੁਰੂ ਜੀ ਨੂੰ ਆ ਕਰਕੇ ਬੇਨਤੀ ਕਰਦੇ ਆ ਕਿ ਆਪ ਜੀ ਇੱਥੋਂ ਮਹਿਫੂਜ਼ ਜਾਓ। ਸਤਿਗੁਰੂ ਜੀ ਚਾਅ ਜੰਗ ਦਾ ਜਿਹੜਾ ਉਹਨਾਂ ਦੇ ਅੱਗੇ ਪੇਸ਼ ਕਰਦੇ ਆ, ਪਰ ਸਤਿਗੁਰੂ ਜੀ ਦੀ ਇਹ ਬੇਨਤੀ ਸਿੰਘ ਫਿਰ ਪੰਜਾਂ ਦੇ ਸਵਰੂਪ ਵਿੱਚ ਹੋ ਕਰਕੇ ਪੰਚਾ ਪ੍ਰਣਾਲੀ ਜਿਹੜੀ ਸਾਡੇ ਪੰਥ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਲਾਈ ਹੈ, ਉਹ ਪੰਜ ਸਿੰਘ ਜਿਹੜੇ ਆ ਉਹ ਇਕੱਤਰ ਹੋ ਕਰਕੇ ਖਾਲਸੇ ਦਾ ਰੂਪ ਹੋ ਕਰਕੇ ਗੁਰੂ ਸਾਹਿਬ ਜੀ ਨੂੰ ਹੁਕਮ ਕਰਦੇ ਹਨ। ਗੁਰੂ ਸਾਹਿਬ ਜੀ ਪੰਥ ਦਾ ਹੁਕਮ ਮੰਨ ਕਰਕੇ ਇਹ ਗੜੀ ਜਿਹੜੀ ਹੈ ਤਿਆਗਣ ਵਾਸਤੇ ਤਿਆਰ ਹੁੰਦੇ ਹਨ, ਪਰ ਇੱਕ ਬੇਨਤੀ ਲਾਉਂਦੇ ਆ ਕਿ ਜੰਗ ਦਾ ਮਨੁੱਕਰ ਹੋ ਕਰਕੇ ਪਿੱਠ ਦਿਖਾ ਕਰਕੇ ਨਹੀਂ ਮੈਂ ਇਸ ਜੰਗ ਨੂੰ ਛੱਡਣਾ। ਸੋ ਸਤਿਗੁਰੂ ਜੀ ਦੀ ਬੇਨਤੀ ਪ੍ਰਵਾਨ ਹੁੰਦੀ ਹੈ। ਮਹਾਰਾਜ ਇਹ ਬੇਨਤੀ ਕਰਦੇ ਆ ਕਿ ਮੈਂ ਇਸ ਜੰਗ ਨੂੰ ਤਾੜੀ ਮਾਰ ਕੇ ਛੱਡਾਂਗਾ। ਜਿਸ ਜਗ੍ਹਾ ਮਹਾਰਾਜ ਜੀ ਇਸ ਜੰਗ ਨੂੰ ਛੱਡਣ ਦੀ ਤਾੜੀ ਮਾਰਦੇ ਆ, ਅੱਜ ਉੱਥੇ ਗੁਰਦੁਆਰਾ ਸ਼੍ਰੀ ਤਾੜੀ ਸਾਹਿਬ ਜਿਹੜਾ ਸੁਭਾਈਮਾਨ ਹੈ। ਜਿਸ ਕਿਲੇ ਦੇ ਵਿੱਚ ਜੰਗ ਹੋਈ, ਜਿਸ ਗੜੀ ਦੇ ਵਿੱਚ ਸਤਿਗੁਰੂ ਜੀ ਨੇ ਆ ਕਰਕੇ ਰੁਕਣਾ ਕੀਤਾ, ਉੱਥੇ ਅੱਜ ਗੁਰਦੁਆਰਾ ਸ਼੍ਰੀ ਕੱਚੀ ਗੜੀ ਸਾਹਿਬ ਉਹ ਸੁਸ਼ੋਭਿਤ ਹੈ। ਸਤਿਗੁਰੂ ਜੀ ਆਪਣਾ ਅਗਲਾ ਪਿੰਡ ਮਾਚੀਵਾੜੇ ਦਾ ਤੈਅ ਕਰਦੇ ਹਨ। ਮਾਤਾ ਸ਼ਰਨ ਕੌਰ ਜੀ ਵੱਲੋਂ 40 ਸਿੰਘਾਂ ਔਰ ਸਾਹਿਬਜ਼ਾਦਿਆਂ ਦਾ ਜਿਹੜਾ ਸੰਸਕਾਰ ਇੱਕ ਸਮੂਹਿਕ ਅਗੀਠੇ ਦੇ ਵਿੱਚ ਕੀਤਾ ਜਾਂਦਾ ਹੈ। ਉੱਥੇ ਅੱਜ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਸੁਭਾਈਮਾਨ ਹੈ, ਜਿੱਥੇ ਸਿੰਘਾਂ ਦੇ ਸੰਸਕਾਰ ਹੋਏ। ਉੱਥੇ ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਸਰੂਪ ਜਿਹੜੇ ਆ ਪ੍ਰਕਾਸ਼ਿਤ ਹਨ। ਹਰ ਸਾਲ 6, 7 ਔਰ 8 ਪੋਹ ਨੂੰ ਵੱਡੀ ਸਭਾ ਜਿਹੜੀ ਇਹਨਾਂ ਅਸਥਾਨਾਂ ਤੇ ਸਿੱਖਾਂ ਦੀ ਜਾਂ ਇਹ ਕਹਿ ਲਈਏ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਲੀਦਾਨ, ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਰਿਵਾਰ ਦੇ ਵਾਰਨ ਦੀ ਗੱਲ ਨੂੰ ਜਦੋਂ ਕੋਈ ਮਹਿਸੂਸ ਕਰਦਾ ਹੈ ਤੇ ਉਹ ਸਾਰੀ ਇਸ ਥਾਂ ਤੇ 6, 7 ਔਰ 8 ਪੋਹ ਨੂੰ ਇਕੱਤਰ ਹੋ ਕਰਕੇ ਇਸ ਸ਼ਹੀਦੀ ਸਭਾ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਗਾਉਂਦੇ ਹਨ ਜੀ। ਤੇ ਬਾਬਾ ਜੀ ਇੱਕ ਸਵਾਲ ਇਹ ਆ, ਸਿੱਖ ਜਿਹੜਾ ਆ ਪੰਥ ਹੈ, ਜਾਂ ਅਸੀਂ ਸਿੱਖ ਕੌਮ ਕਹਿ ਦਈਏ ਜਾਂ ਸਿੱਖ ਗੁਰੂਆਂ ਦਾ ਜਾਂ ਸਿੱਖ ਇਤਿਹਾਸ ਕਹਿ ਲਈਏ ਕਿ ਸਾਰਾ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ, ਕਿਤੇ ਨਾ ਕਿਤੇ 24, 25, 26, 22, 23, 24 ਜਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੁੰਦੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਕਿ ਜੋ ਸੰਗਤ ਹੈ ਗੁਰਪੁਰਬ ਮਨਾਉਂਦੀ ਆ ਉਹ ਸਿਰਫ ਇੱਕ ਜਜ਼ਬਾਤੀ ਹੈ ਜਾਂ ਜਜ਼ਬਾਤ ਨੇ ਜਾਂ ਕਿਸ ਤਰ੍ਹਾਂ ਗੰਭੀਰਤਾ ਨਾਲ ਲੈਂਦੀ ਆ, ਪਰ ਫਿਰ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸੰਗਤ ਦਾ ਜਿਹੜਾ ਰੁਝਾਨ ਹੈ ਉਹ ਕੁਝ ਕੁ ਸਮੇਂ ਲਈ ਰਹਿੰਦਾ, ਪਤਿਤ ਪੁਣੇ ਵੱਲ ਵੱਧਦਾ। ਇਹ ਕੀ ਕਹਿਣਾ ਚਾਹੋਗੇ, ਕਿੱਥੇ ਕਮੀ ਹੈ? ਪ੍ਰਚਾਰਕਾਂ ਵੱਲੋਂ ਪ੍ਰਚਾਰ ਵੀ ਕੀਤਾ ਜਾਂਦਾ ਜੀ। ਬਿਲਕੁਲ, ਜਦੋਂ ਪੋਹ ਮਹੀਨਾ ਆਉਂਦਾ ਤਕਰੀਬਨ ਲੱਖਾਂ ਦੀ ਤਾਦਾਦ ਦੇ ਵਿੱਚ, ਉਹ ਚਾਹੇ ਚਮਕੌਰ ਦੀ ਧਰਤੀ ਹੋਵੇ ਜਾਂ ਸਰਹੰਦ ਦੀ ਧਰਤੀ ਹੋਵੇ, ਜੇ ਹੋਲਾ ਮਹੱਲਾ ਹੈ ਤਾਂ ਆਨੰਦਪੁਰ ਦੀ ਧਰਤੀ ਹੋਵੇ, ਕੋਈ ਵੀ ਸਾਡੇ ਧਰਮ ਦੇ ਨਾਲ ਸੰਬੰਧਿਤ ਤਿਉਹਾਰ ਜਿਹੜਾ ਉਹ ਮਨਾਇਆ ਜਾਵੇ ਤੇ ਉਸ ਧਰਤੀ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਸੰਗਤਾਂ ਦਾ ਹੁੰਦਾ ਹੈ। ਪਰ ਬੜੀ ਮੰਦਭਾਗੀ ਗੱਲ ਹੈ ਕਿ ਉਸ ਅਸਥਾਨ ਤੇ ਸਿਰਫ ਇੱਕ ਮੇਲੇ ਦੀ ਤਰ੍ਹਾਂ ਅੱਜ ਦੇ ਸੰਦਰਭ ਦੇ ਵਿੱਚ ਸਾਰੇ ਨਹੀਂ, ਸਾਰਿਆਂ ਨੂੰ ਇੱਕ ਗਿਣਤੀ ਵਿੱਚ ਨਹੀਂ ਗਿਣਦੇ ਆਪਾਂ, ਪਰ ਬਹੁਤਾਤ ਜਿਹੜੇ ਆ ਸਾਡੇ ਨੌਜਵਾਨ ਜਿਹੜੇ ਪਤਤ ਹੋ ਗਏ ਆ, ਜਿਨ੍ਹਾਂ ਨੂੰ ਸਿੱਖੀ ਦਾ ਮੁੱਲ ਨਹੀਂ ਪਤਾ, ਬਾਬਾ ਅਜੀਤ ਸਿੰਘ ਸਾਹਿਬ ਜੀ ਕੋਲ ਸਾਰੀ ਜ਼ਿੰਦਗੀ ਪਈ ਸੀ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮ ਮੰਨਣ ਵਾਸਤੇ ਸ਼ਹਾਦਤਾਂ ਦਿੱਤੀਆਂ, ਭਾਵ ਆਪਣੇ ਪਿਤਾ ਦੇ ਹੁਕਮ ਨੂੰ ਮੰਨ ਕਰਕੇ ਸ਼ਹਾਦਤਾਂ ਦਿੱਤੀਆਂ, ਦਾਦੇ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਸ਼ਹਾਦਤਾਂ ਦਿੱਤੀਆਂ ਨੇ। ਅੱਜ ਸਾਡੀ ਨੌਜਵਾਨ ਪੀੜ੍ਹੀ ਦਾ ਥੁੜਕਣ ਦਾ ਕਾਰਨ ਹੀ ਇਹ ਹੈ ਕਿ ਅਸੀਂ ਆਪਣੇ ਵੱਡਿਆਂ ਦੇ ਪੂਰਨਿਆਂ ਨੂੰ ਸਮਝ ਨਹੀਂ ਸਕੇ ਕਿ ਸਾਡੇ ਵੱਡਿਆਂ ਨੇ ਪੂਰਨੇ ਕੀ ਪਾਇਆ। ਸਰ ਇੱਥੇ ਇੱਕ ਬੇਨਤੀ ਹੈ, ਸ਼ਹਾਦਤਾਂ ਹੋਈਆਂ, ਗੱਲ ਉੱਥੇ ਆ 40 ਸਿੰਘਾਂ ਦੀ ਸ਼ਹੀਦੀ ਹੋਈ, ਜੇ ਅਸੀਂ ਕਹਿ ਲਈਏ ਬੀਬੀ ਹਰਸ਼ਰਨ ਕੌਰ ਜੀ ਆ, ਬਾਬਾ ਬੰਦਾ ਸਿੰਘ ਬਹਾਦਰ ਹੈ, ਸੁਭੇਗ ਸਿੰਘ ਹੈ ਤੇ ਬੋਤਾ ਸਿੰਘ ਗਰਜਾ ਸਿੰਘ ਨੇ, ਸਾਡੇ ਕਈ ਸਿੰਘ ਸ਼ਹੀਦ ਨੇ, ਪਰ ਫਿਰ ਵੀ ਉਹਨਾਂ ਦੀ ਸ਼ਹਾਦਤ ਨੂੰ ਦੇਖ ਕੇ ਮਨ ਨਹੀਂ ਡੋਲਦਾ। ਜਾਂ ਹੁਣ ਅਸੀਂ ਮਾਪਿਓ ਦੀ ਜਿਹੜੀ ਆ ਕਮੀ ਆ ਜਾਂ ਅਗਿਆਨਤਾ ਆ ਜਾਂ ਗੁਰੂ ਦੀ ਗੁਰਬਾਣੀ ਨੂੰ ਜਾਂ ਪ੍ਰਚਾਰਕਾਂ ਦੇ ਵੀ ਕਿਤੇ ਨਾ ਕਿਤੇ ਸਮਝਾਉਣ ਦੇ ਵਿੱਚ ਫਰਕ ਹੈ। ਬਿਲਕੁਲ, ਹਰੇਕ ਪੱਖ ਨੂੰ ਬਰਾਬਰ ਤੋਲਿਆ ਜਾਣਾ ਚਾਹੀਦਾ ਹੈ ਮੇਰੇ ਖਿਆਲ ਦੇ ਵਿੱਚ। ਜੇ ਪ੍ਰਚਾਰ ਦੀ ਗੱਲ ਆਵੇ ਤਾਂ ਬਹੁਤ ਜ਼ੋਰ ਲਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਵੱਲੋਂ, ਸਾਰੇ ਹੀਲੇ ਜਿਹੜੇ ਵਰਤ ਕੇ ਪ੍ਰਚਾਰ ਦੇ ਹਰੇਕ ਤਰੀਕੇ ਜਿਹੜੇ ਆ ਉਹ ਅਪਣਾ ਰਹੇ ਆ, ਪਰ ਕਿਤੇ ਨਾ ਕਿਤੇ ਕਮੀ ਸਮਝਣ ਤੇ ਸਮਝਾਉਣ ਦੇ ਵਿੱਚ ਜ਼ਰੂਰ ਰਹੀ ਹੈ। ਪਰ ਜਦੋਂ ਇਹਨਾਂ ਦਿਨਾਂ ਦੇ ਵਿੱਚ ਇੱਥੇ ਇਕੱਠ ਵੇਖਦੇ ਹਾਂ, ਇਦਾਂ ਲੱਗਦਾ ਕਿ ਪੰਜਾਬ ਹੱਲੇ ਵੀ ਉਦਾਂ ਹੀ ਗੁਰੂ ਸਾਹਿਬ ਜੀ ਨੂੰ ਪਿਆਰ ਕਰਦਾ ਹੈ ਜਿੱਦਾਂ ਉਸ ਵਕਤ ਸਿੱਖ ਕਰਦੇ ਸੀਗੇ। ਇਹ ਨਹੀਂ ਕਿਹਾ ਜਾ ਸਕਦਾ, ਹੋ ਸਕਦਾ ਸਮਝਣ ਦੇ ਵਿੱਚ ਜਾਂ ਸਮਝਾਉਣ ਦੇ ਵਿੱਚ ਕਮੀ ਹੋਵੇ, ਪਰ ਗੁਰੂ ਪ੍ਰਤੀ ਪਿਆਰ ਸਿੱਖਾਂ ਦਾ ਅੱਜ ਵੀ ਉਦਾਂ ਦਾ ਹੈ। ਜਿਸ ਦਿਨ ਗੁਰੂ ਨੇ ਸਿੱਖ ਮੰਗੇ ਸੀ ਉਸ ਦਿਨ ਜਿੱਦਾਂ ਦਾ ਪਿਆਰ ਸੀ, ਅੱਜ ਵੀ ਜੇ ਗੁਰੂ ਨੂੰ ਲੋੜ ਪਏ ਤੇ ਬਹੁਤ ਸਿੱਖ ਜਿਹੜੇ ਆ ਆਪਣਾ ਸੀਸ ਭੇਟ ਕਰਨ ਵਾਸਤੇ ਤਿਆਰ ਹੋ ਜਾਂਦੇ। ਠੀਕ ਹੈ ਜੀ। ਤੇ ਬਾਬਾ ਜੀ ਅੰਤ ਵਿੱਚ ਮੇਰਾ ਸਵਾਲ ਇਹ ਹੈ ਕਿ ਜਦੋਂ ਸੰਗਤ ਬਾਹਰੋਂ ਆਉਂਦੀ ਹੈ ਤੇ ਉਰੇ ਕਿਹੜੇ ਗੁਰਦੁਆਰਾ ਸਾਹਿਬ ਨੇ ਜਿਹੜੇ ਤੇ ਉਹ ਦਰਸ਼ਨ ਕਰਦੀਆਂ ਨੇ? ਜ਼ਿਆਦਾਤਰ ਕਤਲਗੜ੍ਹ ਸਾਹਿਬ ਹੁੰਦਾ, ਚਮਕੌਰ ਦੀ ਗੜੀ ਦਾ ਇਤਿਹਾਸ ਹੁੰਦਾ, ਤੇ ਸੰਖੇਪ ਦੇ ਸ਼ਬਦਾਂ ਦੇ ਵਿੱਚ ਜਿਹੜੀ ਸੰਗਤ ਇਸ ਵੀਡੀਓ ਨੂੰ ਦੇਖਦੀ ਹੈ, ਜਦੋਂ ਅਗਲੀ ਵਾਰੀ ਨਤਮਸਤਕ ਹੋਵੇ ਤਾਂ ਉੱਥੇ ਦਰਸ਼ਨ ਕਰਕੇ ਜਾਵੇ। ਚਮਕੌਰ ਦੀ ਧਰਤੀ ਤੇ ਪਹਿਲਾ ਗੁਰਦੁਆਰਾ ਜਿਹੜਾ ਹੈ, ਸਤਿਗੁਰੂ ਜੀ ਦੀ ਇਸ ਸ਼ਹਾਦਤ ਦੇ ਸੰਬੰਧ ਵਿੱਚ
ਸਤਿਗੁਰੂ ਜੀ ਦੇ ਪਰਿਵਾਰ ਦੀ ਸ਼ਹਾਦਤ ਦੇ ਸੰਬੰਧ ਵਿੱਚ ਇਸ ਧਰਤੀ ਦੇ ਉੱਤੇ ਜਿਹੜਾ ਪਹਿਲਾ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਆਪ ਜੀ ਨੇ ਇਤਿਹਾਸ ਦੱਸਿਆ। ਦੂਜਾ ਗੁਰਦੁਆਰਾ ਸਤਿਗੁਰੂ ਜੀ ਉੱਥੋਂ ਚੱਲ ਕਰਕੇ ਗੜੀ ਸਾਹਿਬ ਆਉਂਦੇ ਹਨ। ਅੱਜ ਉੱਥੇ ਗੁਰਦੁਆਰਾ ਕੱਚੀ ਗੜੀ ਸਾਹਿਬ ਜਿਹੜਾ ਉਹ ਸੁਭਾਈਮਾਨ ਹੈ। ਇਹ ਗੁਰਦੁਆਰਾ ਤਾੜੀ ਸਾਹਿਬ ਹੈ, ਉੱਥੇ ਵੀ ਸੰਗਤ ਜਿਹੜੀ ਆ ਦਰਸ਼ਨ ਕਰ ਸਕਦੀ ਹੈ। ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਜਿਹੜਾ ਹੈ ਸੰਸਕਾਰ ਅਸਥਾਨ ਹੈ, ਉੱਥੇ ਵੀ ਸੰਗਤ ਦਰਸ਼ਨ ਕਰਦੀ ਹੈ। ਹੋਰ ਵੀ ਪ੍ਰੇਮ ਨਾਲ ਸਿੱਖਾਂ ਨੇ ਇੱਥੇ ਅਸਥਾਨ ਬਣਾਏ ਹਨ। ਸੋ ਸੰਗਤ ਨੂੰ ਬੇਨਤੀ ਇਹ ਹੈ ਕਿ ਜਦੋਂ ਵੀ ਆਪ ਜੀ ਇੱਥੇ ਆਉਂਦੇ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫ੍ਰੀ ਲਿਟਰੇਚਰ ਦਿੱਤਾ ਜਾਂਦਾ, ਜਿੰਦੇ ਸੰਖੇਪ ਗੁਰਦੁਆਰਿਆਂ ਦਾ ਇਤਿਹਾਸ ਤੇ ਉਹਨਾਂ ਦੀ ਬਰੀਫ ਇੰਟਰੋਡਕਸ਼ਨ ਦਿੱਤੀ ਹੁੰਦੀ ਹੈ। ਤੁਸੀਂ ਲਿਟਰੇਚਰ ਹਾਊਸ ਤੋਂ ਜਾ ਕਰਕੇ ਇੱਥੋਂ ਦੇ ਗੁਰਦੁਆਰੇ ਜਿਸ ਵੀ ਧਰਤੀ ਤੇ ਜਾਂਦੇ ਹੋ ਉੱਥੋਂ ਦੇ ਗੁਰਦੁਆਰਿਆਂ ਦਾ ਬਰੀਫ ਸੰਖੇਪ ਇਤਿਹਾਸ ਜਿਹੜਾ ਉਹ ਲੈ ਕਰਕੇ ਉੱਥੇ ਉਹਨਾਂ ਸਥਾਨਾਂ ਦੀ ਗਿਣਤੀ ਔਰ ਉਹਨਾਂ ਬਾਰੇ ਦੱਸਿਆ ਹੁੰਦਾ ਹੈ। ਉੱਥੇ ਜਾ ਕਰਕੇ ਤੁਸੀਂ ਦਰਸ਼ਨ ਕਰ ਸਕਦੇ ਹੋ। ਚਮਕੌਰ ਦੇ ਵਿੱਚ ਤਕਰੀਬਨ 4-5 ਸਥਾਨ ਇਤਿਹਾਸਿਕ ਸਥਾਨ ਹਨ ਜਿੱਥੇ ਸਤਿਗੁਰੂ ਸਾਹਿਬ ਜੀ ਦਾ ਇਤਿਹਾਸਕ ਜਿਹੜਾ ਪੈੜਾ ਹੈ ਉਹ ਰੁਕਿਆ ਹੈ। ਉੱਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਉਹ ਸੇਵਾ ਸੰਭਾਲ ਕੀਤੀ ਜਾ ਰਹੀ ਹੈ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇੱਥੇ ਦੇ ਇਤਿਹਾਸ ਦੇ ਨਾਲ ਜਿਹੜੀ ਆ ਸਾਡੇ ਨਾਲ ਸਾਂਝ ਪਾਈ ਆ। ਸੋ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹਾਂਗਾ ਕਿ ਜਿਵੇਂ ਬਾਬਾ ਜੀ ਨੇ ਸਾਨੂੰ ਦੱਸਿਆ ਆ ਕਿ ਇੱਥੇ ਗੁਰਦੁਆਰਾ ਸਾਹਿਬ ਜੇ ਨਤਮਸਤਕ ਹੁੰਦੇ ਆ ਤਾਂ ਸਾਨੂੰ ਤਨ ਮਨ ਧਨ ਦੇ ਨਾਲ ਇੱਥੇ ਨਤਮਸਤਕ ਹੋਣਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਟਰੇਚਰ ਹਾਊਸ ਵੀ ਜਿਹੜੇ ਨੇ ਬਣਾਏ ਗਏ ਨੇ। ਉੱਥੇ ਜਿਸ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੁੰਦੇ ਹੋ ਉੱਥੇ ਉਹ ਲਿਟਰੇਚਰ ਅਵੇਲੇਬਲ ਹੁੰਦਾ ਆ। ਤੁਸੀਂ ਉੱਥੋਂ ਜਿਹੜਾ ਆ ਉੱਥੇ ਦਾ ਇਤਿਹਾਸ ਜਿਹੜਾ ਆ ਛੋਟੀਆਂ ਬੁਕਲੇਟ ਦੇ ਵਿੱਚ ਜਿਹੜੀ ਆ ਲਿਜਾ ਸਕਦੇ ਹੋ। ਸੋ ਤਾਂ ਹੀ ਅਸੀਂ ਆਪਣੇ ਇਤਿਹਾਸ ਦੇ ਨਾਲ ਜਿਹੜਾ ਆ ਉਹ ਜੁੜ ਸਕਦੇ ਹਾਂ। ਸੋ ਨਵੇਂ ਅਪਡੇਟ ਦੇ ਲਈ ਸਾਡੇ ਨਾਲ ਜੁੜੇ ਰਹੋ ਤੇ ਇੱਕ ਨਵੇਂ ਪੋਸਟ ਦੇ ਨਾਲ ਫਿਰ ਤੋਂ ਮੈਂ ਹਾਜ਼ਰ ਹੋਵਾਂਗਾ। ਉਦੋਂ ਤੱਕ ਬਣੇ ਰਹੋ ਪੰਜਾਬ ਟੂਡੇ 24 ਦੇ ਨਾਲ।